Hey there, this is Simran from Simran Arts Academy. Welcome to my YouTube channel. So today in this video, we will discuss about the most important and the most difficult considered by many students module, that is reading in IELTS exam. And as we know, according to the present trend in the final reading examination, the majority of questions are related to yes, no, not given and true, false, not given. So in this video, I would share some tips and techniques related to true, false, not given so that you guys can improve your these questions and can score well in your final examination. So let's begin. So the first thing that we need to know is कि true false not given and yes no not given च main difference ਕੀ ਹੁੰਦਾ ਹੈ. बहुत सारे students ਨੂੰ ਇਹਨਾਂ ਦਾ main difference ਹੀ ਨਹੀਂ ਪਤਾ ਹੁੰਦਾ. So the main difference between true false not given and yes no not given is that true false not given questions are fact based and yes no not given questions are opinion based, right? So फैक्ट बेस ਦਾ ਮੀਨਿੰਗ ਕੀ ਹੈ ਕਿ ਜੋ ਵੀ ਕੁਐਸਚਨ ਆਪਾਂ ਨੂੰ ਦਿੱਤਾ ਹੋਇਆ ਅਗਰ ਉਹ ਫੈਕਟ ਪ੍ਰੂਵ ਕੀਤਾ ਜਾ ਰਿਹਾ ਹੈ ਪੈਸੇਜ 'ਚ ਦਿੱਤੀ ਹੋਈ ਇਨਫੋਰਮੇਸ਼ਨ ਦੇ ਅਕੋਰਡਿੰਗਲੀ ਦੈਨ ਆਰ ਆਨਸਰ ਵੁੱਡ ਬੀ ਟਰੂ ਇਫ ਅ ਫੈਕਟ ਡਿਸਅਪਰੂਵ ਹੋ ਰਿਹਾ ਦੈਨ ਆਰ ਆਨਸਰ ਵੁੱਡ ਬੀ ਫਾਲਸ ਐਂਡ ਅਗਰ ਫੈਕਟ ਨਾ ਹੀ ਅਪਰੂਵ ਹੋ ਰਿਹਾ ਨਾ ਹੀ ਡਿਸਅਪਰੂਵ ਹੋ ਰਿਹਾ then our answer would be not given. And similarly, if the information given in the passage agrees with the information given in the sentence or question, then our answer would be yes. अगर disagree कर रही है then our answer would be no. अगर ना ही agree कर रही है ना ही disagree कर रही है then our answer would be not given, right? So talking about the tips for true false not given, first tip is that you have to approach each statement as it was true. ਮੀਨਸ ਜਦੋਂ ਵੀ ਤੁਸੀਂ ਕਿਸੇ ਕੁਐਸਚਨ ਨੂੰ ਸੋਲਵ ਕਰਨਾ ਹੈ ਤਾਂ ਹਮੇਸ਼ਾ ਤੁਸੀਂ ਇਹੀ ਸੋਚ ਕੇ ਕਰਨਾ ਹੈ ਕਿ ਇਹਨੂੰ ਮੈਂ ਟਰੂ ਪ੍ਰੂਵ ਕਰਨਾ ਹੈ ਮੀਨਸ ਇੱਕ ਸਟੇਟਮੈਂਟ ਨੂੰ ਮੈਂ ਇਹਦਾ ਆਨਸਰ ਟਰੂ ਮਾਰਕ ਕਰਨ ਦੀ ਕੋਸ਼ਿਸ਼ ਕਰਨੀ ਹੈ, ਰਾਈਟ? ਐਜ਼ ਵੀ ਨੋ ਕਿ ਕਿਸੇ ਵੀ ਸੈਂਟੈਂਸ ਨੂੰ ਟਰੂ ਹੋਣ ਦੇ ਲਈ ਉਹਦਾ ਐਵਰੀ ਪਾਰਟ ਹੈ ਜਿਹੜਾ ਉਹ ਮੈਚ ਕਰਨਾ ਚਾਹੀਦਾ ਹੈ, ਮੀਨਸ ਉਹਦਾ ਹਰ ਇੱਕ ਪਾਰਟ ਹੀ ਟਰੂ ਹੋਣਾ ਚਾਹੀਦਾ ਹੈ। ਸੋ ਅਗਰ ਤੁਸੀਂ ਅਪਰੋਚ ਕਰੋਗੇ ਈਚ ਸਟੇਟਮੈਂਟ ਨੂੰ ਇਹ ਸੋਚ ਕੇ ਕਿ ਤੁਸੀਂ ਇਸ ਸਟੇਟਮੈਂਟ ਨੂੰ ਟਰੂ ਪ੍ਰੂਵ ਕਰਨਾ ਹੈ ਦੈਨ ਕੀ ਹੋਏਗਾ ਕਿ ਅਗਰ ਤਾਂ ਤੁਹਾਡੀ ਸਾਰੀ ਇਨਫੋਰਮੇਸ਼ਨ ਮੈਚ ਕਰਦੀ ਲੱਗੇਗੀ ਤਾਂ ਤੁਸੀਂ ਆਨਸਰ ਟਰੂ ਮਾਰਕ ਕਰ ਦੋਗੇ। ਅਗਰ ਸਾਰੀ ਇਨਫੋਰਮੇਸ਼ਨ ਤੁਹਾਡੀ ਮੈਚ ਨਹੀਂ ਕਰਦੀ ਬਿਕਾਜ਼ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਆਪਾਂ ਨੂੰ ਇਹ ਤਾਂ ਪਤਾ ਲੱਗ ਜਾਂਦਾ ਕਿ ਕੁਛ ਨਾ ਕੁਛ ਚੇਂਜ ਹੈ ਜਾਂ ਕੁਛ ਨਾ ਕੁਛ ਮੈਚ ਨਹੀਂ ਕਰ ਰਿਹਾ, ਰਾਈਟ? ਸੋ ਆਪਾਂ ਇਹ 100% ਸ਼ੋਰ ਹੋ ਜਾਵਾਂਗੇ ਕਿ ਆਪਣਾ ਜਿਹੜਾ ਆਨਸਰ ਹੈ ਉਹ ਟਰੂ ਨਹੀਂ ਹੈ। ਮੀਨਸ ਆਪਣੇ ਕੋਲ ਹੁਣ ਦੋ ਆਪਸ਼ਨ ਕੀ ਨੇ, ਜਾਂ ਤਾਂ ਆਨਸਰ ਫਾਲਸ ਹੋ ਸਕਦਾ ਹੈ ਜਾਂ ਆਨਸਰ ਨਾਟ ਗਿਵਨ ਹੋ ਸਕਦਾ ਹੈ। ਸੋ ਇਹਦੇ ਨਾਲ ਕਾਫੀ ਕਨਫਿਊਜ਼ਨ ਹੈ ਜਿਹੜੀ ਆਪਣੀ ਘਟ ਜਾਂਦੀ ਹੈ, ਰਾਈਟ? ਦੈਨ tip number 3 is that you have to pay attention to qualifiers. ਜਦੋਂ ਵੀ ਕਿਸੇ ਵੀ ਕੁਐਸਚਨ ਦੇ ਵਿੱਚ ਇਹ ਵਾਲੇ ਵਰਡਸ ਆਉਂਦੇ ਨੇ ਤਾਂ ਹਮੇਸ਼ਾ ਜਿਹੜਾ ਆਨਸਰ ਹੈ ਇਹਨਾਂ ਵਰਡਸ ਨੂੰ ਧਿਆਨ 'ਚ ਰੱਖਦੇ ਹੋਏ ਹੀ ਤੁਸੀਂ ਮਾਰਕ ਕਰਨਾ ਹੈ ਬਿਕਾਜ਼ ਯੂਜੂਲੀ ਕੀ ਹੈ ਆਪਾਂ ਇਹ ਵਾਲੇ ਵਰਡਸ ਨੂੰ ਇਗਨੋਰ ਕਰ ਜਾਂਦੇ ਹਾਂ ਜਿਹਦੇ ਕਰਕੇ ਆਪਣਾ ਆਨਸਰ ਕੀ ਹੁੰਦਾ ਹੈ ਗਲਤ ਹੋ ਜਾਂਦਾ ਹੈ, ਰਾਈਟ? ਕਿਉਂਕਿ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਕੀਵਰਡਸ ਮੈਚ ਕਰ ਲਈਏ। ਅਗਰ ਮੈਜੋਰਿਟੀ ਆਫ ਕੀਵਰਡਸ ਮੈਚ ਕਰ ਜਾਂਦੇ ਆ ਤਾਂ ਆਪਾਂ ਆਪਣਾ ਆਨਸਰ ਟਰੂ ਮਾਰਕ ਕਰ ਦਿੰਦੇ ਹਾਂ। ਹਾਊਐਵਰ ਜਿਹੜਾ ਆਨਸਰ ਹੁੰਦਾ ਹੈ ਉਹ ਫਾਲਸ ਜਾਂ ਨਾਟ ਗਿਵਨ ਹੁੰਦਾ, ਰਾਈਟ? ਸੋ ਇਫ ਆਈ ਟਾਕ ਅਬਾਊਟ ਥੀਸ ਕੁਆਲੀਫਾਇਰਸ ਤਾਂ ਇਹਦੀ ਇੱਕ ਸਿੰਪਲ ਟਿਪ ਕੀ ਹੈ, ਜਿੰਨਾ ਵੀ ਕੁਐਸਚਨਸ ਦੇ ਅੱਗੇ ਆਈ ਹੈਵ ਮਾਰਕਡ ਵਿਦ ਬਲੂ ਪੈਨ, ਰਾਈਟ? ਲਾਈਕ ਵੀ ਹੈਵ ਸਮਟਾਈਮਸ, few, often, generally, ordinarily, many. These ਜਿਹੜੇ ਆਪਸ਼ਨਸ ਨੇ ਇਹ ਜਿਹੜੇ ਵਰਡਸ ਨੇ ਇਹਨਾਂ ਦੇ ਕੇਸਿਸ ਦੇ ਵਿੱਚ ਦੇਰ ਆਰ ਮੋਰ ਚਾਂਸਿਸ ਕਿ ਇਹਨਾਂ ਦੇ ਆਨਸਰ ਟਰੂ ਦੇ ਵਿੱਚ ਹੋਣਗੇ, ਰਾਈਟ? ਐਂਡ ਇਫ ਆਈ ਟਾਕ ਅਬਾਊਟ ਸੈਲਡਮ, ਆਲਵੇਜ਼, ਐਵਰੀ, ਫ੍ਰੀਕੁਐਂਟਲੀ, ਨੈਵਰ, ਐਬਸੋਲਿਊਟਲੀ, ਬੈਸਟ, ਕੰਪਲੀਟਲੀ, ਇੰਟਾਇਰਲੀ, ਵਰਸਟ, ਨਨ ਔਰ ਆਲ, ਅਗਰ ਇਹ ਵਾਲੇ ਵਰਡਸ ਦੀ ਗੱਲ ਕਰਾਂ ਤਾਂ ਇਹਨਾਂ ਦੇ ਵਿੱਚ ਜ਼ਿਆਦਾ ਚਾਂਸਿਸ ਹੁੰਦੇ ਨੇ ਆਨਸਰ ਦੇ ਫਾਲਸ ਹੋਣ ਦੇ, ਰਾਈਟ? ਸੋ ਅਗਰ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ ਜਾਂ ਤੁਹਾਡੇ ਕੋਲ ਟਰਾਂਸਲੇਸ਼ਨ ਨਹੀਂ ਹੋ ਰਹੀ, ਤੁਸੀਂ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਵੇਸਟ ਕਰ ਰਹੇ ਹੋ ਤਾਂ ਇਫ ਯੂ ਫਾਊਂਡ ਥੀਸ ਕਾਈਂਡ ਆਫ ਵਰਡਸ ਤਾਂ ਇਹਨਾਂ ਦੇ ਕੇਸ 'ਚ ਆਨਸਰ ਤੁਸੀਂ ਟਰੂ ਮਾਰਕ ਕਰਦੇ ਹੋ ਕਿਉਂਕਿ ਤੁੱਕਾ ਵੀ ਅਗਰ ਲਗਾਉਣਾ ਹੈ ਆਪਾਂ ਤਾਂ ਸਹੀ ਤਰੀਕੇ ਨਾਲ ਸੋਲਵ ਕੀਤਾ ਹੋਣਾ ਚਾਹੀਦਾ, ਰਾਈਟ? ਅਗਰ ਇਹ ਵਾਲੇ ਕੋਈ ਵਰਡਸ ਆਉਂਦੇ ਨੇ ਦੈਨ ਯੂ ਵਿਲ ਮਾਰਕ ਦਾ ਆਨਸਰ ਟਰੂ। ਅਗਰ ਇਹਨਾਂ ਵਿੱਚੋਂ ਇਹ ਵਾਲੇ ਵਰਡਸ ਆਉਂਦੇ ਨੇ ਬਿਨਾਂ ਪੜ੍ਹੇ ਤੁਸੀਂ ਆਨਸਰ ਮਾਰਕ ਕਰਨਾ ਦੈਨ ਮਾਰਕ ਦਾ ਆਨਸਰ ਫਾਲਸ। ਕਦੀ ਵੀ ਬਿਨਾਂ ਸੋਚੇ ਸਮਝੇ ਆਪਾਂ ਆਨਸਰਸ ਨੂੰ ਮਾਰਕ ਨਹੀਂ ਕਰਨਾ, ਰਾਈਟ? So as I was talking about the qualifiers, so I have one example that after completing university education, all students face difficulty in getting job, right? And here we are given with that a majority of students of after tertiary education face difficulty in getting employment, right? As you can say कि इस word ਦੇ ਵਿੱਚ question ਦੇ ਵਿੱਚ ਆਪਣੇ ਕੋਲ all ਹੈ, right? तो ਆਪਣੇ ਕੋਲ all ਦੇ ਵਿੱਚ ਆਨਸਰ ਕੀ ਆਣਾ ਚਾਹੀਦਾ ਹੈ? false ਆਣਾ ਚਾਹੀਦਾ ਹੈ। ਪਹਿਲਾਂ ਤਾਂ ਆਪਾਂ ਇਹ ਸੋਚ ਲਾਂਗੇ ਫਿਰ ਆਪਾਂ ਪ੍ਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਇਹ ਆਨਸਰ false ਹੈ ਜਾਂ ਨਹੀਂ ਹੈ, right? If I talk about the keywords, so completing university education and then here we are given with the tertiary education, both are the same. Face difficulty in getting job, in getting employment, right?
rest of the information is same, but here we are given with, here they have mentioned that all students face difficulty, but इत्थे गल कीती हुई है कि majority of students face difficulty, right? So दोनों चीज़ां अलग हो गई, then our answer would be false, जो कि मैं इत्थे तुहानूं टिप च भी दस्सिया गया कि अगर all दिता होवे then our answer chances ज़्यादा हुंदे ने कि false होएगा, right? Then tip number 4, do not let negatives confuse you. What I mean by negatives is, अगर किसी भी सेंटेंस दे विच no, not, cannot दी सेंस आ रही है या exactly यही वर्ड्स दिते हुए ने, right? For example, we are given with that it is unlikely that car will win the race, right? ਆਪਾਂ ਨੂੰ unlikely ਦਿੱਤਾ ਹੋਇਆ, means there is one negative qualifier, right? So ਆਪਾਂ ਕੀ ਕਰਾਂਗੇ, ਆਪਾਂ ਇਨਫੋਰਮੇਸ਼ਨ ਨੂੰ ਪ੍ਰੂਵ ਕਰਨ ਦੀ ਕੋਸ਼ਿਸ਼ ਕਰਾਂਗੇ without the negative qualifier, right? ਆਪਾਂ ਕੀ ਕਰਾਂਗੇ, ਆਪਾਂ unlikely ਨੂੰ ਮਿਸ ਕਰ ਦਾਂਗੇ, ਆਪਾਂ ਸਿਰਫ likely word ਨੂੰ ਪਿਕ ਕਰਾਂਗੇ, right? We will try to prove ਕਿ it is likely that car will win the race. ਅਗਰ ਇਹ ਸੇਮ ਇਨਫੋਰਮੇਸ਼ਨ ਤੁਹਾਡੀ ਮੈਚ ਹੋ ਜਾਂਦੀ ਹੈ, ਆਪਾਂ ਨੂੰ ਲੱਗ ਰਿਹਾ ਕਿ ਆਨਸਰ ਟਰੂ ਹੈ, ਬਟ ਕਿਉਂਕਿ ਆਪਾਂ ਨੈਗੇਟਿਵ ਕੁਆਲੀਫਾਇਰ ਨੂੰ ਮਾਈਨਸ ਕਰਕੇ ਫਿਰ ਆਨਸਰ ਟਰੂ ਮਾਰਕ ਕੀਤਾ ਹੈ, ਤਾਂ ਆਟੋਮੈਟਿਕਲੀ ਆਪਣਾ ਆਨਸਰ ਕੀ ਹੋ ਜਾਊਗਾ, false ਹੋ ਜਾਊਗਾ by adding the negative qualifier. अगर negative qualifier तो बिना ਤੁਹਾਡਾ आंसर false आंदा है, that means अपना exact answer ਕੀ है, true with adding the negative qualifier. So ਜਦੋਂ ਵੀ negative qualifiers ਦੀ ਗੱਲ ਆਉਂਦੀ ਹੈ, you have to focus on negative qualifiers. ਤੁਸੀਂ ਬਹੁਤ ਹੀ ਜ਼ਿਆਦਾ ਫੋਕਸ ਕਰਨਾ, ਬਿਕਾਜ਼ ਇਹ ਜਿਹੜੇ ਵਰਡਸ ਨੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਕਨਫਿਊਜ਼ ਕਰ ਦੇਣ, ਰਾਈਟ? there is one more trick, as mathematics ਚ ਸਭ ਨੇ ਪੜਿਆ ਹੁੰਦਾ that minus plus प्लस मीनस माइनस प्लस ਨੂੰ अगर ਆਪਾਂ ਗੱਲ ਕਰੀਏ दैट गोज नैगेटिव. अगर एक गल ਆਪਾਂ ਨੂੰ नैगेटिव ਕੀਤੀ ਹੋਈ ਹੈ, एक गल ਆਪਾਂ ਨੂੰ पॉजिटिव ਕੀਤੀ ਹੋਈ ਹੈ, then chances are high कि आंसर है ਜਿਹੜਾ ਨੈਗੇਟਿਵ ਚ ਆਊਗਾ. सो आर ਨੈਗੇਟਿਵ आंसर इज फॉल्स. मीनस ਜਿਹੜੇ ਵੀ ਕੁਐਸਚਨ ਦੇ ਵਿੱਚ ਆਪਾਂ ਨੂੰ ਨੈਗੇਟਿਵ ਕੁਆਲੀਫਾਇਰ ਆਂਦਾ ਹੈ ਤਾਂ ਉਹਦੇ ਹਾਈਲੀ ਚਾਂਸਸ ਹੁੰਦੇ ਨੇ ਫਾਲਸ ਹੋਣ ਦੇ, ਰਾਈਟ? ਬਿਕਾਜ਼ देयर इज ओनली one singular negative qualifier. Similarly, if I talk about the double negative qualifiers, right? So watch for statements with double negatives. That is our fifth tip. ਜਦੋਂ ਵੀ ਆਪਾਂ ਨੂੰ ਡਬਲ ਨੈਗੇਟਿਵ ਦਿੱਤਾ ਜਾਂਦਾ, ਐਜ਼ ਵੀ ਨੋ ਦ ਰੂਲ ਦੈਟ ਮਾਈਨਸ ਮਾਈਨਸ ਇਜ਼ ਇਕੁਅਲ ਟੂ ਪਲੱਸ. ਜਦੋਂ ਦੋ ਮਾਈਨਸ ਆ ਜਾਂਦੇ ਨੇ ਤਾਂ ਉਹ ਪਲੱਸ ਹੋ ਜਾਂਦੇ ਆ, ਰਾਈਟ? ਤਾਂ ਜਦੋਂ ਇੱਕ ਸੈਂਟੈਂਸ ਦੇ ਵਿੱਚ ਦੋ ਨੈਗੇਟਿਵ ਕੁਆਲੀਫਾਇਰਸ ਆ ਜਾਂਦੇ ਆ ਤਾਂ ਯੂਜਲੀ ਆਪਣਾ ਆਨਸਰ ਕੀ ਹੁੰਦਾ ਹੈ, ਪੋਜ਼ਿਟਿਵ ਦੇ ਵਿੱਚ ਹੁੰਦਾ ਹੈ, ਮੀਨਸ ਆਪਣਾ ਆਨਸਰ ਹੁੰਦਾ ਹੈ ਟਰੂ, ਰਾਈਟ? ਐਜ਼ ਯੂ ਕੈਨ ਸੀ ਇਨ ਦ ਐਗਜ਼ਾਮਪਲ, ਹੇਅਰ ਦੇ ਆਰ ਗਿਵਨ ਵਿਦ that it is unlikely the car will not win the race. So we are given with here, this is our second negative qualifier, that is not, and ਇੱਥੇ ਆਪਾਂ ਨੂੰ ਦਿੱਤਾ ਹੋਇਆ unlikely. ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਬਹੁਤ ਘੱਟ ਚਾਂਸਸ ਨੇ ਕਿ ਕਾਰ ਨਹੀਂ ਜਿੱਤੂਗੀ. ਅਗਰ ਆਪਾਂ ਇਹਨੂੰ ਪੋਜ਼ਿਟਿਵ ਚ ਦੇਖੀਏ, ਇਟ ਮੀਨਸ ਕਿ ਹਾਈਲੀ ਚਾਂਸਸ ਨੇ ਕਿ ਕਾਰ ਹੀ ਰੇਸ ਹੈ ਜਿਹੜੀ ਜਿੱਤ ਜੂਗੀ, ਰਾਈਟ? And as the information in the passage is given that it is likely the car will win the race, right? Simply ਕੀ ਹੁੰਦਾ, ਪੈਸੇਜ 'ਚ ਆਪਾਂ ਨੂੰ ਪੋਜ਼ਿਟਿਵ ਲਿਖ ਕੇ ਦਿੱਤਾ ਹੋਇਆ, ਪਰ ਕਨਫਿਊਜ਼ ਕਰਨ ਲਈ ਸਟੇਟਮੈਂਟ ਦੇ ਵਿੱਚ ਆਪਾਂ ਨੂੰ ਨੈਗੇਟਿਵ ਕੁਆਲੀਫਾਇਰਸ ਲਾ ਦਿੱਤੇ ਨੇ. ਹਾਊਐਵਰ ਦੋਨਾਂ ਦਾ ਮੀਨਿੰਗ ਹੈ ਸੇਮ ਹੀ ਹੈ, ਰਾਈਟ? ਸੋ ਅਗਰ ਇੱਕ ਸੈਂਟੈਂਸ ਦੇ ਵਿੱਚ ਦੋ ਨੈਗੇਟਿਵ ਕੁਆਲੀਫਾਇਰਸ ਆਉਂਦੇ ਨੇ, ਦੈਨ ਆਰ ਚਾਂਸਸ ਆਰ ਕਿ ਆਨਸਰ ਹੈ ਜਿਹੜਾ ਆਪਣਾ ਟਰੂ ਦੇ ਵਿੱਚ ਆਏਗਾ ਔਰ ਪੋਜ਼ਿਟਿਵ ਆਨਸਰ ਆਏਗਾ, ਰਾਈਟ? ਸੋ ਦੈਟ ਵਾਜ਼ ਆਰ ਟਿਪ ਨੰਬਰ 5. Tip number 6 says that longer sentences may be false. ਜਿਹੜੇ longer sentences ਹੁੰਦੇ ਨੇ ਉਹਨਾਂ ਵਿੱਚ ਕਿਤੇ ਨਾ ਕਿਤੇ ਇਨਫੋਰਮੇਸ਼ਨ ਨੂੰ ਕੰਟਰਾਡਿਕਟ ਕਰਕੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ. ਸੋ देयर आर ਹਾਈਲੀ ਚਾਂਸਸ ਕਿ ਅਗਰ longer sentences ਆਉਂਦੇ ਨੇ, if you guys are confused between false or not given, so longer sentences 'ਚ ਤੁਸੀਂ ਚਾਂਸ ਲੈ ਸਕਦੇ ਹੋ ਕਿ ਤੁਹਾਡਾ ਆਨਸਰ false ਹੋਊਗਾ, right? Then tip number 7, reason statements tend to be false. ਜਿਹੜੇ ਵੀ ਕੁਐਸਚਨ ਦੇ ਵਿੱਚ ਰੀਜ਼ਨ ਸਪੈਸੀਫਾਈ ਕੀਤੇ ਹੁੰਦੇ ਨੇ ਯੂਜ਼ਿੰਗ ਦ ਵਰਡਸ ਬਿਕਾਜ਼, ਰੀਜ਼ਨ ਔਰ ਸੈਂਸ, ਮੀਨਸ ਕਿਸੇ ਵੀ ਸਟੇਟਮੈਂਟ ਦੇ ਵਿੱਚ ਅਗਰ ਰੀਜ਼ਨ ਸਪੈਸੀਫਾਈ ਕੀਤਾ ਹੁੰਦਾ ਹੈ, ਸੋ देयर आर ਹਾਈਲੀ ਚਾਂਸਸ ਕਿ ਉਹ ਜਿਹੜਾ ਆਨਸਰ ਹੋਏਗਾ ਉਹ ਫਾਲਸ ਤੇ ਹੋਏਗਾ. ਸੋ ਥੀਸ ਆਰ ਸਰਟਨ ਕੰਡੀਸ਼ਨਸ ਕਦੋਂ ਜਿਹੜਾ ਆਪਣਾ ਆਨਸਰ ਹੈ ਫਾਲਸ ਹੋ ਸਕਦਾ, ਰਾਈਟ? ਦੈਨ tip number 8, you have to ignore anything you already know about the topic and don't make assumptions. Usually ਕੀ ਹੁੰਦਾ, ਕਈ ਵਾਰ ਆਪਣੀ ਨੌਲੇਜ ਦੇ ਅਕੋਰਡਿੰਗਲੀ ਬਹੁਤ ਫੈਮਿਲਰ ਟੌਪਿਕ ਆ ਜਾਂਦਾ ਹੈ ਤਾਂ ਆਪਾਂ ਉੱਥੇ ਆਪਣੀ ਨੌਲੇਜ ਨੂੰ ਯੂਜ਼ ਕਰਕੇ ਕਈ ਵਾਰ ਆਨਸਰ ਨੂੰ ਗਲਤ ਕਰ ਦਿੰਦੇ ਆ. ਯੂ ਡੂ ਨਾਟ ਹੈਵ ਟੂ ਮੇਕ ਯੂਰ ਓਨ ਅਜ਼ੰਪਸ਼ਨਸ. ਤੁਸੀਂ ਆਪਣੀ ਜਨਰਲ ਨੌਲੇਜ ਲਗਾ ਕੇ ਆਨਸਰ ਨਹੀਂ ਲਗਾਉਣਾ. ਜੋ ਵੀ ਆਪਾਂ ਨੂੰ ਪੈਸੇਜ 'ਚ ਇਨਫੋਰਮੇਸ਼ਨ ਦਿੱਤੀ ਹੋਈ ਹੈ ਹਮੇਸ਼ਾ ਉਹਦੇ ਅਕੋਰਡਿੰਗਲੀ ਹੀ ਆਪਾਂ ਆਨਸਰ ਨੂੰ ਮਾਰਕ ਕਰਨਾ, ਰਾਈਟ? ਦੈਨ ਟਿਪ ਨੰਬਰ 9, that you have to be very careful about you see verbs that qualify statements, right? ਜਦੋਂ ਵੀ ਆਪਾਂ ਨੂੰ ਇਹ ਵਾਲੀਆਂ verbs ਦਿੱਤੀਆਂ ਜਾਂਦੀਆਂ that suggest, claim, believe or no, right? suggest, claim, believe or no, ਤਾਂ ਇਹ ਵਾਲੇ ਵਰਡਸ ਨੂੰ ਹਮੇਸ਼ਾ ਆਪਾਂ ਧਿਆਨ ਦੇ ਵਿੱਚ ਰੱਖਣਾ ਹੈ, ਰਾਈਟ? ਕਿਉਂਕਿ ਇਹਨਾਂ ਵਰਡਸ, ਸਿਰਫ ਇਹੀ ਵਰਡਸ ਨੂੰ ਜਦੋਂ ਆਪਾਂ ਇਗਨੋਰ ਕਰ ਦਿੰਦੇ ਆ ਤਾਂ ਆਪਾਂ ਆਨਸਰ ਗਲਤ ਮਾਰਕ ਕਰ ਲੈਂਦੇ, ਰਾਈਟ? ਸੋ ਹੇਅਰ ਵੀ ਆਰ ਗਿਵਨ ਵਿਦ ਐਨ ਐਗਜ਼ਾਮਪਲ. ਜਿਵੇਂ ਇਹਨਾਂ ਨੇ ਕਿਹਾ, ਦ ਮੈਨ ਕਲੇਮਡ ਹੀ ਵਾਜ਼ ਅ ਬ੍ਰਿਟਿਸ਼ ਸਿਟੀਜ਼ਨ ਔਰ ਦ ਮੈਨ ਇਜ਼ ਅ ਬ੍ਰਿਟਿਸ਼ citizen, right? ਇਹਨਾਂ ਦੋਨਾਂ ਦਾ meaning different ਹੈ.
यूजली स्टूडेंट्स कहणगे कि सेम है बिकॉज ये भी ब्रिटिश सिटीजन होने की गल कर रहे हैं, ये भी ब्रिटिश सिटीजन होने की गल कर रहे हैं। हावेवर इत्थे वो क्लेम कर रहे, इट डज नॉट प्रूव वैदर ही इज़ अ ब्रिटिश सिटीजन और नॉट। तो अगर आपां नूं क्वेश्चन दे विच क्लेम दिता होया बट जिहड़ी इंफॉर्मेशन प्रेजेंट की है उत्थे क्लेम नहीं हैगा, सो देयर आर हाईली चांसिस कि आर आंसर वुड बी नॉट गिवन। सो व्हेनेवर यू विल फेस क्वेश्चन जिन्हां दे विच सजैसट क्लेम बिलीव और नो दिता होया तो हमेशा इन्हां नूं फोकस करके तुसीं अपना आंसर मार्क करना। अगर तुहानूं पैसेज दे विच सेम वर्ड्स मैच नहीं कर रहे, हावेवर बाकी सारी इंफॉर्मेशन है जिहड़ी वो मैच कर रही है, देन आर आंसर वुड बी नॉट गिवन, राइट। देन टिप नंबर 10, answers are in the same order they appear in the text, do not waste time going back। means जिथे ਤੁਹਾਨੂੰ फर्स्ट ਦਾ आंसर मिले उस तो अगे ही ਤੁਹਾਨੂੰ सैकेंड ਦਾ आंसर मिलेगा, उस तो अगे ही ਤੁਹਾਨੂੰ थर्ड ਦਾ, उस तो अगे ही ਤੁਹਾਨੂੰ फोर्थ ਦਾ आंसर मिलेगा। बार बार ਤੁਸੀਂ सेम पैसेज ਨੂੰ रीड ਕਰਨ ਦੀ कोशिश नहीं करनी बिकॉज जिथे ਤੁਹਾਨੂੰ फर्स्ट ਦਾ आंसर मिले उस तो अगे ही ਤੁਸੀਂ सैकेंड ਦਾ आंसर फाइंड आउट करने की कोशिश करनी है, फर्स्ट तो ऊपर जाके आंसर आप रीड नहीं करना, राइट। देन आर लास्ट टिप इज टिप्स टू मार्क नॉट गिवन। सो ਜਿਹੜੇ ਵੀ क्वेश्चंस ਦੇ ਵਿੱਚ यूजली सुपरलेटिव डिग्रीज लाइक दे आर गिवन विद द फर्स्ट द मोस्ट द हाईएस्ट ਇਹੋ ਜਿਹੇ वर्ड्स ਹੁੰਦੇ ਨੇ, ਉਹਨਾਂ क्वेश्चंस ਦੇ ਹਾਈਲੀ ਚਾਂਸਸ ਹੁੰਦੇ ਨੇ ਨॉट गिवन ਹੋਣਗੇ। अगर ਤੁਹਾਨੂੰ ਪੈਸੇਜ ਦੇ ਵਿੱਚ क्वेश्चन च द फर्स्ट लिखिया होया, हावेवर पैसेज च किते द फर्स्ट नहीं लिखिया होया बट बाकी सारी इंफॉर्मेशन मैच कर रही है, अगर सुपरलेटिव डिग्री पैसेज की इंफॉर्मेशन के नाल मैच नहीं कर रही देन आर आंसर वुड बी नॉट गिवन। सिमिलरली गोज़ फॉर कंपैरेटिव डिग्री, अगर दो चीज़ों का कंपैरिजन तुहानूं नहीं मिल रहा, हावेवर बाकी सारे कीवर्ड्स मैच कर रहे हैं देन ऑल्सो आर आंसर वुड बी नॉट गिवन। एंड इफ अपने गिवन सेंटेंसिस दे टेंसिस भी वेरी कर गए, मीनस एक सेंटेंस आपां प्रेजेंट दिता होया एंड पैसेज इंफॉर्मेशन आपां पास्ट दी हुई है देन ऑल्सो आर आंसर वुड बी नॉट गिवन। सो दीज आर सर्टन टिप्स दैट यू कैन यूज वाइल सॉल्विंग एंड यू शुड कीप इन माइंड वाइल सॉल्विंग ट्रू फॉल्स नॉट गिवन क्वेश्चंस और येस नो नॉट गिवन क्वेश्चंस। सो इसी तरह दी होर वीडियोज देखने के लिए प्लीज सब्सक्राइब माई चैनल। आई विल प्रोवाइड मोर टिप्स एंड टेक्निक्स रिलेटेड टू अदर क्वेश्चंस ऑफ रीडिंग मॉड्यूल। सो कीप फॉलोइंग, please subscribe my channel and press the bell icon to get notified about my upcoming videos. Thank you. All the best.